ਸਿੰਘੂ ਬਾਰਡਰ ਤੇ ਹੋਏ ਲਖਵੀਰ ਸਿੰਘ ਦੇ ਕਤਲ ਨੇ ਬੇਸ਼ੱਕ ਲਖਵੀਰ ਸਿੰਘ ਦੀ ਜ਼ਿੰਦਗੀ ਦਾ ਅੰਤ ਕਰ ਦਿੱਤਾ, ਪਰ ਤਾਜ਼ਾ ਸਾਹਮਣੇ ਆਈਆਂ ਤਸਵੀਰਾਂ ਨੇ ਇੱਕ ਨਵੇਂ ਵਿਵਾਦ ਨੂੰ, ਇੱਕ ਨਵੀਂ ਸਾਜ਼ਿਸ਼ ਵੱਲ ਇਸ਼ਾਰਾ ਜ਼ਰੂਰ ਕੀਤਾ ਹੈ। ਜਿਵੇਂ ਹੁਣ 7 ਸਾਲ ਦੇ ਕਰੀਬ ਹੋ ਗਏ ਲਗਾਤਾਰ ਵਾਰਦਾਤਾਂ ਹੁੰਦੀਆਂ, ਇੱਕ ਵੀ ਅੱਜ ਤੱਕ ਨਿਆਂ ਨਹੀਂ ਮਿਲਿਆ ਤੇ ਕਿਸੇ ਸਿੱਖ ਦਾ ਰੋਸ ਵਿੱਚ ਆ ਕੇ ਉਹਨੂੰ ਸਜ਼ਾ ਦੇ ਦੇਣਾ ਕੋਈ ਵੱਡੀ ਗੱਲ ਨਹੀਂ। ਤੁਸੀਂ ਜਸਟੀਫਾਈਡ ਮੰਨਦੇ ਹੋ? ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫੈਸਲੇ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਔਰ ਸਾਡੇ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ। ਜਿਸ ਵੇਲੇ ਕਿਸੇ ਹੋਰ ਪੋਥੀ ਦੇ ਨਾਲ, ਉਹ ਕਿੰਨਾ ਵੀ ਸਤਿਕਾਰਯੋਗ ਗ੍ਰੰਥ ਹੋਵੇ ਕਿਸੇ ਦੇ ਵਾਸਤੇ, ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਕਾਰ ਨਹੀਂ ਕੀਤਾ ਜਾ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ। ਗੁਰੂ ਗ੍ਰੰਥ ਸਾਹਿਬ ਦਾ ਅਸਲੀ ਅਪਮਾਨ ਤਾਂ ਇਹ ਹੈ ਜਿਹੜਾ ਕੀਤਾ ਜਾ ਰਿਹਾ। ਮੈਂ ਦਾਅਵੇ ਨਾਲ ਕਹਿ ਸਕਦਾ ਕਿ 99.99% ਸਿੱਖਾਂ ਨੇ ਉਹਦੀ ਸ਼ਕਲ ਵੀ ਨਹੀਂ ਵੇਖੀ ਹੋਣੀ। ਪਹਿਲਾਂ ਜਿਹੜੀ ਗੱਲ ਸੀ ਉਹ ਇੱਥੋਂ ਤੱਕ ਸੀ ਕਿ ਕੀ ਉਹਨੇ ਕਿਸੇ ਸਾਜ਼ਿਸ਼ ਦੇ ਅਧੀਨ ਕੀਤਾ। ਜੇ ਸਾਜ਼ਿਸ਼ ਦੇ ਅਧੀਨ ਕੀਤਾ ਸੀ, ਅੱਜ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਸਾਜ਼ਿਸ਼ ਸੀ ਜੀ ਉਹਦੇ ਕੋਲ ਬੇਅਦਬੀ ਕਰਾਉਣ ਦੀ, ਤੇ ਫਿਰ ਸਾਜ਼ਿਸ਼ੀ ਨੂੰ ਮਾਰ ਕੇ ਤੇ ਸਾਰੀ ਸਾਜ਼ਿਸ਼ ਖਤਮ ਕਰਤੀ ਨਾ, ਉਹਦੇ ਪ੍ਰੂਫ ਹੀ ਕੋਈ ਨਹੀਂ ਰਹਿ ਗਿਆ। ਜਿਹੜਾ ਉਹ ਕਹਿ ਰਿਹਾ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਨ ਲਈ ਗਿਆ ਸਾਂ, ਕੋਈ ਕੌਮ ਵੱਲੋਂ, ਕੋਈ ਅਕਾਲ ਤਖਤ ਵੱਲੋਂ, ਕੋਈ ਨਿਹੰਗ ਜਥੇਬੰਦੀਆਂ ਵੱਲੋਂ ਉਹਨੂੰ ਪਾਵਰ ਦਿੱਤੀ ਗਈ ਹੋਵੇ ਜਾ ਕੇ ਤੂੰ ਸਾਡੇ ਬਿਹਾਫ ਤੇ ਗੱਲ ਕਰ ਲੈ। ਕਿਹੜੀ ਬੇਅਦਬੀ ਵਾਲੀ? ਜਿਹੜੀਆਂ ਹੋ ਚੁੱਕੀਆਂ ਨੇ ਜਾਂ ਜਿਹੜੀ ਹੋਣ ਵਾਲੀ ਸੀ? ਪਹਿਲੀਆਂ। ਜੇ ਤੂੰ ਗਿਆ ਸੀ, ਤੂੰ ਚਿੱਠੀਆਂ ਪਾਈਆਂ ਸੀ, ਉਹਦੇ ਤੈਨੂੰ ਰਿਸਪੌਂਸ ਆਈ ਹੈ, ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਕਿ ਤੂੰ ਇਹਨੂੰ ਨਸ਼ਰ ਕਰ। ਲੇਕਿਨ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਕੀ ਕਰਨਾ ਹੈ? ਮਿਲਣਾ ਤਾਂ ਹਮੇਸ਼ਾ ਨੂੰ ਮਿਲੇ, ਜਿਹੜਾ ਹੋਮ ਮਿਨਿਸਟਰ ਹੈ। ਬਿਲਕੁਲ ਬਿਲਕੁਲ ਬਿਲਕੁਲ। ਜਿਸ ਵੇਲੇ ਇਹੀ ਗੱਲ ਜਿਹੜੀ ਹੈ ਨਾ ਸਭ ਕੁਝ ਐਕਸਪਲੇਨ ਕਰਦੀ ਹੈ। ਅੱਜ ਇਹੀ ਕੇਸ ਕੋਈ ਆਪੋਜੀਸ਼ਨ ਦਾ ਹੁੰਦਾ ਜਾਂ ਕਿਸੇ ਹੋਰ ਦਾ ਹੁੰਦਾ ਜਿਹਨੂੰ ਸਰਕਾਰ ਫਸਾਉਣਾ ਚਾਹੁੰਦੀ, ਤੇ ਹੁਣ ਤੱਕ ਕਈ ਏਜੰਸੀਆਂ ਜਿਹੜੀਆਂ ਉਹ ਐਕਟਿਵ ਹੋ ਜਾਂਦੀਆਂ। ਇੱਥੇ ਕਿਉਂਕਿ ਸਰਕਾਰ ਦੀ ਆਪਣੀ ਇਨਵੋਲਵਮੈਂਟ ਆ ਰਹੀ ਹੈ, ਮਿਨਿਸਟਰਾਂ ਦੇ ਨਾਲ ਉਹਦੀ ਮੀਟਿੰਗ ਹੋ ਰਹੀ ਹੈ, ਤੇ ਅਸੀਂ ਕੀ ਆਸ ਕਰ ਸਕਦੇ ਹਾਂ ਵੀ ਕਿਹੜੀ ਏਜੰਸੀ ਕਰੇਗੀ ਇਨਵੈਸਟੀਗੇਟ, ਤੇ ਜੇ ਕਰੇਗੀ ਤੇ ਉਹ ਸੱਚਾ ਨਿਆਂ ਕਰੇਗੀ, ਸੱਚੀ ਖੋਜ ਕਰੇਗੀ। ਸਰਬਜੀਤ ਸਿੰਘ ਜਿਹੜਾ ਜਿਹਨੇ ਸਭ ਤੋਂ ਪਹਿਲਾਂ ਸਰੈਂਡਰ ਕੀਤਾ ਕਿ ਮੈਂ ਮਾਰਿਆ, ਕਰਵਾਇਆ ਗਿਆ ਸਰੈਂਡਰ। ਹਾਂ, ਕਰਵਾਇਆ ਗਿਆ ਸਰੈਂਡਰ। ਉਹ 4 ਮਹੀਨੇ ਤੋਂ ਨਿਹੰਗ ਬਣਿਆ। ਕਿਤੇ ਐਸਾ ਤਾਂ ਨਹੀਂ ਕਿ ਉਹ ਇੰਸਟਾਲ ਕੀਤਾ ਗਿਆ ਇੱਥੇ ਨਿਹੰਗਾਂ ਦੇ ਵਿੱਚ। ਕਈ ਰਿਪੋਰਟਸ ਨੇ ਇਸ ਪੂਰੇ ਇਨਸੀਡੈਂਟ ਨੂੰ ਤਾਲਿਬਾਨੀ ਅੱਤਵਾਦ ਦੇ ਨਾਲ ਵੀ ਜੋੜਿਆ, ਵੀ ਜੋ ਤਸ਼ੱਦਦ ਜਿਵੇਂ ਕੀਤੀ ਜਾਂਦੀ ਹੈ ਉੱਥੇ ਤੜਪਾ ਕੇ ਹਲਾਲ ਕੀਤਾ ਗਿਆ, ਬਾਂਹ ਕੱਟੀ ਗਈ, ਲਟਕਾਇਆ ਗਿਆ, ਫਿਰ ਲਟਕੇ ਹੋਏ ਨੂੰ ਬੀਬੀਆਂ ਕੁਛ ਆਈਆਂ, ਜੁੱਤੀ ਉਤਾਰ ਕੇ ਜੁੱਤੀ ਨਾਲ ਮਾਰਿਆ ਗਿਆ, ਜੁੱਤੀਆਂ ਮਾਰੀਆਂ ਗਈਆਂ ਉਸ ਨੂੰ। ਜਿਹੜਾ ਜ਼ੁਲਮ ਕਰਨ ਵਾਲਾ ਕੰਮ ਹੈ ਉਹ ਸਿੱਖ ਨਹੀਂ ਕਰਦਾ। ਇਸ ਤਰ੍ਹਾਂ ਦਾ ਇਹੋ ਜਿਹਾ ਤਸ਼ੱਦਦ ਜਿਹੜਾ ਸਿੱਖ ਨਹੀਂ ਕਰਦਾ। ਫਿਰ ਇਹ ਕੌਣ ਨੇ? ਸਿੰਘੂ ਬਾਰਡਰ ਤੇ ਹੋਏ ਲਖਵੀਰ ਸਿੰਘ ਦੇ ਕਤਲ ਨੇ ਬੇਸ਼ੱਕ ਲਖਵੀਰ ਸਿੰਘ ਦੀ ਜ਼ਿੰਦਗੀ ਦਾ ਅੰਤ ਕਰ ਦਿੱਤਾ, ਪਰ ਤਾਜ਼ਾ ਸਾਹਮਣੇ ਆਈਆਂ ਤਸਵੀਰਾਂ ਨੇ ਇੱਕ ਨਵੇਂ ਵਿਵਾਦ ਨੂੰ, ਇੱਕ ਨਵੀਂ ਸਾਜ਼ਿਸ਼ ਵੱਲ ਇਸ਼ਾਰਾ ਜ਼ਰੂਰ ਕੀਤਾ ਹੈ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਸਰਦਾਰ ਰਾਜਿੰਦਰ ਸਿੰਘ ਖਾਲਸਾ ਜੀ, ਕਨਵੀਨਰ ਸ਼੍ਰੋਮਣੀ ਖਾਲਸਾ ਪੰਚਾਇਤ। ਸਰ, ਬਹੁਤ ਸਵਾਗਤ ਹੈ ਦ ਖਬਰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਾਰੇ ਇਨਸੀਡੈਂਟ ਬਾਰੇ, ਸਾਰੀ ਘਟਨਾ ਬਾਰੇ ਤੁਸੀਂ ਜਾਣਦੇ ਹੋ। ਪਹਿਲਾਂ ਮੈਂ ਤੁਹਾਡਾ ਰਿਐਕਸ਼ਨ ਲੈਣਾ ਚਾਹਾਂਗਾ, ਜੋ ਕੁਝ ਉੱਥੇ ਉਸ ਦਿਨ ਹੋਇਆ ਜਾਂ ਜੋ ਕੁਝ ਦੱਸਿਆ ਗਿਆ, ਤੁਸੀਂ ਉਸ ਨੂੰ ਜਸਟੀਫਾਈਡ ਮੰਨਦੇ ਹੋ ਜਾਂ ਫਿਰ ਨਹੀਂ? ਨਹੀਂ, ਦੇਖੋ, ਇਹ ਨਾ ਦੋ ਬੜੇ ਸੈਂਸਿਟਿਵ ਜਿਹੇ ਟੌਪਿਕ ਨੇ ਜਿਹਨੂੰ ਸਮਝਣਾ ਪਏਗਾ। ਜੇ ਤੇ ਸਿਰਫ ਇੱਥੋਂ ਤੱਕ ਲਈਏ ਕਿ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਆਇਆ ਸੀ, ਜਿਸ ਤਰ੍ਹਾਂ ਪਿਛਲੇ ਤਕਰੀਬਨ 6-7 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਇਨਸਾਫ ਨਹੀਂ ਮਿਲਿਆ। ਇਨਸਾਫ ਜਿਸ ਵੇਲੇ ਸਰਕਾਰੀ ਤੌਰ 'ਤੇ ਨਹੀਂ ਮਿਲਦਾ ਤੇ ਫਿਰ ਉਹਦੇ ਵਿੱਚੋਂ ਰੋਸ ਪੈਦਾ ਹੁੰਦਾ। ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਕਹਾਂਗਾ ਵੀ ਨਿਰੰਕਾਰੀ ਕੇਸ ਦੇ ਵਿੱਚ ਜਦੋਂ 1978 ਦੇ ਵਿੱਚ ਨਿਰੰਕਾਰੀਆਂ ਨੇ 13 ਸਿੱਖਾਂ ਦਾ ਕਤਲ ਕੀਤਾ ਸੀ, ਉਹਦੇ ਵਿੱਚ ਗੁਰਬਚਨ ਸਿੰਘ ਨੂੰ ਸਿੱਖਾਂ ਨੇ ਕੁਛ ਨਹੀਂ ਕਿਹਾ। ਅਦਾਲਤ ਦੇ ਉੱਤੇ ਆਸ ਰੱਖੀ ਵੀ ਨਿਆਂ ਮਿਲੇਗਾ, ਲੇਕਿਨ ਜਦੋਂ ਅਦਾਲਤ ਦੇ ਵਿੱਚੋਂ ਸਾਰੇ ਬਰੀ ਹੋ ਗਏ, ਇੱਕ ਦਿਨ ਦੀ ਸਜ਼ਾ ਨਹੀਂ ਹੋਈ,
ਤੇ ਫਿਰ ਸਿੱਖਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ। ਉਹਨੂੰ ਜਿਸ ਵੇਲੇ ਕਾਨੂੰਨ ਪ੍ਰਣਾਲੀ ਜਿਹੜੀ ਹੈ ਨਾ, ਨਿਆਂ ਪ੍ਰਣਾਲੀ, ਉਹ ਕਿਸੇ ਨੂੰ ਗੁਨਾਹ ਦੇ ਮੁਤਾਬਕ ਸਜ਼ਾ ਦੇ ਸਕਦੀ ਹੈ। ਕਿਸੇ ਨੂੰ 15 ਦਿਨ ਦੀ ਸਜ਼ਾ ਦੇ ਸਕਦੀ ਹੈ, ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੇ ਸਕਦੀ ਹੈ। ਲੇਕਿਨ ਜਿਸ ਵੇਲੇ ਆਪਣੇ ਤੌਰ 'ਤੇ ਨਿਆਂ ਕੀਤਾ ਜਾਂਦਾ ਹੈ, ਫਿਰ ਇੱਕੋ ਨਿਆਂ ਹੁੰਦਾ ਕਿ ਉਹਨੂੰ ਸਜ਼ਾਏ ਮੌਤ ਮਿਲੇ, ਅਤੇ ਉਹਨੂੰ ਸਜ਼ਾਏ ਮੌਤ ਦੇ ਦਿੱਤੀ ਗਈ। ਜਿਵੇਂ ਹੁਣ 7 ਸਾਲ ਦੇ ਕਰੀਬ ਹੋ ਗਏ ਲਗਾਤਾਰ ਵਾਰਦਾਤਾਂ ਹੁੰਦੀਆਂ, ਇੱਕ ਵੀ ਅੱਜ ਤੱਕ ਨਿਆਂ ਨਹੀਂ ਮਿਲਿਆ, ਤੇ ਕਿਸੇ ਸਿੱਖ ਦਾ ਰੋਸ ਵਿੱਚ ਆ ਕੇ ਉਹਨੂੰ ਸਜ਼ਾ ਦੇ ਦੇਣਾ ਕੋਈ ਵੱਡੀ ਗੱਲ ਨਹੀਂ। ਤੁਸੀਂ ਜਸਟੀਫਾਈਡ ਮੰਨਦੇ ਹੋ? ਨਹੀਂ, ਮੈਂ ਇੱਕ ਮਾਨਸਿਕਤਾ ਦੀ ਗੱਲ ਦੱਸ ਰਿਹਾ, ਇਸ ਕੇਸ ਦੀ ਗੱਲ ਨਹੀਂ ਕਰ ਰਿਹਾ। ਦੋਨਾਂ ਦੇ ਵਿੱਚ ਫਰਕ ਸਮਝਣਾ ਪਏਗਾ। ਇਸ ਕੇਸ ਦੀ ਗੱਲ ਨਹੀਂ ਕਰ ਰਿਹਾ। ਪਹਿਲੀ ਗੱਲ ਤਾਂ ਇੱਥੇ ਜਿਹੜਾ ਇਸ ਕੇਸ ਦੇ ਵਿੱਚ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਆਇਆ ਵੀ ਸੀ ਤੇ ਤਾਂ ਵੀ ਗੁਨਾਹਗਾਰ ਹੈ। ਲੇਕਿਨ ਉਹ ਤੇ ਸਰਬਲੋਹ ਦੀ ਪੋਥੀ ਲੈ ਕੇ ਗਿਆ, ਜਿਹਨੂੰ ਸਰਬਲੋਹ ਗ੍ਰੰਥ ਕਿਹਾ ਜਾ ਰਿਹਾ ਹੈ, ਔਰ ਬਹੁਤ ਮਾੜਾ ਗੱਲ ਹੈ ਕਿ ਉਹਨੂੰ ਗੁਰੂ ਕਿਹਾ ਜਾ ਰਿਹਾ। ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ। ਉਹ ਸਰਬਲੋਹ ਗ੍ਰੰਥ ਨੂੰ ਸਿੱਖਾਂ ਦੇ ਵਿੱਚ ਮਾਨਤਾ ਮਿਲੀ ਹੋਈ ਹੈ ਜਾਂ ਫਿਰ ਨਹੀਂ? ਸਿੱਖ ਪੰਥ ਦੇ ਵਿੱਚ ਮਾਨਤਾ ਦੀ ਮੈਂ 2 ਗੱਲਾਂ ਕਹਿਣਾ ਚਾਹਾਂਗਾ। ਪਹਿਲੀ ਗੱਲ ਤਾਂ ਇਹ ਕਿ ਗੁਰੂ ਸਾਹਿਬ ਆਪਣੇ ਜੀਵਨ ਦੇ ਵਿੱਚ ਨਿਰਣਾ ਕਰਕੇ ਗਏ ਨੇ ਕਿ ਮੇਰੇ ਬਾਅਦ ਗੁਰੂ ਕੌਣ ਹੋਏਗਾ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਥਾਪਿਆ ਸੀ, ਲੈਣਾ ਥਾਪਿਓ ਜੀਮਦਾ, ਆਪਣੇ ਜਿੰਦੇ ਜੀ ਉਹਨਾਂ ਨੇ ਲੈਣਾ ਥਾਪਿਆ। ਔਰ ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਹੈ, ਜਿਨ ਹੋਂਦੇ ਗੁਰੂ ਬਹਿ ਟਿਕਿਆ ਤਿਸ ਜਨ ਦੀ ਵਡਿਆਈ ਵੱਡੀ ਹੋਈ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਜਿਹਨੂੰ ਗੁਰੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਟਿਕਾ ਲਾਤਾ, ਗੱਦੀ ਦੇ ਦਿੱਤੀ, ਉਹਦੀ ਵਡਿਆਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫੈਸਲੇ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਔਰ ਸਾਡੇ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ। ਜਿਸ ਵੇਲੇ ਕਿਸੇ ਹੋਰ ਪੋਥੀ ਦੇ ਨਾਲ, ਉਹ ਕਿੰਨਾ ਵੀ ਸਤਿਕਾਰਯੋਗ ਗ੍ਰੰਥ ਹੋਵੇ ਕਿਸੇ ਦੇ ਵਾਸਤੇ, ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਕਾਰ ਨਹੀਂ ਕੀਤਾ ਜਾ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ। ਗੁਰੂ ਗ੍ਰੰਥ ਸਾਹਿਬ ਦਾ ਅਸਲੀ ਅਪਮਾਨ ਤਾਂ ਇਹ ਹੈ ਜਿਹੜਾ ਕੀਤਾ ਜਾ ਰਿਹਾ। ਇੱਕ ਸਰਬਲੋਹ ਪੋਥੀ ਜਿਹੜੀ ਹੈ ਉਹਨੂੰ ਕਿਹਾ, ਸਰਬਲੋਹ ਗ੍ਰੰਥ ਪੋਥੀ ਜਿਹੜੀ ਹੈ ਉਹਨੂੰ ਕਿਹਾ ਜਾ ਰਿਹਾ ਕਿ ਗੁਰੂ ਗੁਰੂ ਲਫ਼ਜ਼ ਵਰਤਿਆ ਜਾ ਰਿਹਾ। ਫਿਰ ਦੂਸਰੀ ਗੱਲ, ਜੇ ਉਹ ਕੌਮ ਦੇ ਵਿੱਚ ਐਡੀ ਸਤਿਕਾਰਤ ਹੁੰਦੀ, ਐਡੀ ਰਿਕੋਗਨਾਈਜ਼ਡ ਹੁੰਦੀ, ਰਿਕੋਗਨੀਸ਼ਨ ਹੁੰਦੀ, ਤੇ ਕੌਮ ਦੇ ਬਹੁਤ ਲੋਕ ਜਾਣਦੇ ਹੁੰਦੇ। ਮੈਂ ਦਾਅਵੇ ਨਾਲ ਕਹਿ ਸਕਦਾ ਕਿ 99.99% ਸਿੱਖਾਂ ਨੇ ਉਹਦੀ ਸ਼ਕਲ ਵੀ ਨਹੀਂ ਵੇਖੀ ਹੋਣੀ। ਪੜ੍ਹਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਨਾ, ਸ਼ਕਲ ਵੀ ਨਹੀਂ ਵੇਖੀ ਹੋਣੀ ਉਹਦੀ, ਉਸ ਪੋਥੀ ਦੀ। ਉਹਦੇ ਵਿੱਚੋਂ ਕੁਝ ਰਚਨਾਵਾਂ ਜਿਹੜੀਆਂ ਨੇ ਇੱਧਰੋਂ ਉੱਧਰੋਂ ਸੁਣੀਆਂ ਹੋ ਸਕਦੀਆਂ ਨੇ, ਲੇਕਿਨ ਸ਼ਕਲ ਵੀ ਨਹੀਂ ਵੇਖੀ ਹੋਣੀ। ਇਹ ਅਸਲੀਅਤ ਹੈ। ਔਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਦਾ ਤੁਲ ਸਤਿਕਾਰ ਦੇ ਕੇ ਉਹਨੂੰ ਕਹਿ ਕੇ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਹੋ ਰਹੀ ਹੈ। ਨਾਲੇ ਜਿਵੇਂ ਤੁਸੀਂ ਕਹਿ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਤਿਕਾਰ ਦੇ ਕੇ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਹੈ ਉਸ ਦੇ ਬਰਾਬਰ ਸਰਬਲੋਹ ਗ੍ਰੰਥ ਨੂੰ ਰੱਖ ਕੇ ਜਾਂ ਸਰਬਲੋਹ ਪੋਥੀ ਨੂੰ ਰੱਖ ਕੇ ਕੀ ਰੱਖਣਾ ਕੀ ਜਾਇਜ਼? ਬਿਲਕੁਲ ਨਹੀਂ ਜਾਇਜ਼, ਬਿਲਕੁਲ ਨਹੀਂ ਜਾਇਜ਼। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਿੱਖ ਰਹਿਤ ਮਰਿਆਦਾ ਬੜਾ ਸਪਸ਼ਟ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵਾਕਰ ਇਕੁਅਲੀ ਕਿਸੇ ਹੋਰ ਕਿਤਾਬ ਦਾ, ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਸਿੱਖ ਰਹਿਤ ਮਰਿਆਦਾ 'ਚ ਬੜਾ ਸਪਸ਼ਟ ਲਿਖਿਆ। ਔਰ ਜਿਹੜੇ ਕਰ ਰਹੇ ਨੇ ਸਿੱਖ ਰਹਿਤ ਮਰਿਆਦਾ ਤੋਂ ਉਲਟ ਕਰ ਰਹੇ ਨੇ, ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ। ਸਰ ਲੇਕਿਨ ਨਿਹੰਗ ਜਥੇਬੰਦੀਆਂ ਜੋ ਨੇ, ਇਹਨਾਂ ਨੂੰ ਗੁਰੂ ਕੀ ਲਾਡਲੀ ਫੌਜ ਵੀ ਕਿਹਾ ਜਾਂਦਾ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇਹ ਲਾਡਲੀ ਫੌਜ ਹੈਗੀ ਹੈ। ਅਤੇ ਇਹਨਾਂ ਨੂੰ ਕਿ ਇਹ ਨਹੀਂ ਜਾਣਦੇ ਵੀ ਗੁਰੂ ਗੋਬਿੰਦ ਸਿੰਘ ਜੀ ਜੋ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਮਾਨਤਾ ਦੇ ਕੇ ਗਏ ਨੇ, ਅਤੇ ਉਸ ਦੇ ਬਾਵਜੂਦ ਵੀ ਮਤਲਬ ਸਰਬਲੋਹ ਗ੍ਰੰਥ ਬਾਰੇ ਜਾਂ ਸਰਬਲੋਹ ਪੋਥੀ ਬਾਰੇ ਕਹਿਣਾ ਵੀ ਬੇਅਦਬੀ ਕਰਨ ਆਇਆ ਸੀ ਅਤੇ ਅਸੀਂ ਤਾਂ ਕਰਕੇ ਇਸ ਨੂੰ ਵੱਢ ਛੱਡਿਆ। ਨਹੀਂ, ਦੇਖੋ ਗੱਲ ਇਹ ਹੈ, ਉਹ ਇਹ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ, ਇਸ ਕਰਕੇ ਕਹਿੰਦੇ ਨੇ ਵੀ ਗੁਰਬਾਣੀ ਇਹ ਗੁਰੂ ਦੀ ਰਚਨਾ ਹੈ। ਇਹ ਉਹਨਾਂ ਦਾ ਮੰਨਣਾ ਹੈ। ਉਹ 2 ਕਿਤਾਬਾਂ ਨੂੰ, ਇੱਕ ਦਸਮ ਗ੍ਰੰਥ, ਜਿਹਨੂੰ ਇਹ ਦਸਮ ਗ੍ਰੰਥ ਕਹਿੰਦੇ ਨੇ, ਅਸਲ 'ਚ ਉਹਦਾ ਨਾਂ ਜਿਹੜਾ ਬਚਿੱਤਰ ਨਾਟਕ ਗ੍ਰੰਥ ਹੈ, ਜਿਹਦਾ ਬਦਲ ਕੇ ਭੁਲੇਖਾ ਪਾਉਣ ਲਈ ਨਾਂ ਜਿਹੜਾ ਦਸਮ ਗ੍ਰੰਥ ਰੱਖ ਦਿੱਤਾ ਗਿਆ, ਉਹਨੂੰ ਵੀ ਮਾਨਤਾ ਦਿੰਦੇ ਨੇ। ਇਹ ਸਰਬਲੋਹ ਗ੍ਰੰਥ ਨੂੰ ਵੀ ਮਾਨਤਾ ਦਿੰਦੇ ਨੇ। ਮੈਂ ਇੱਥੇ ਉਹ ਡਿਬੇਟ ਨਹੀਂ ਕਰ ਰਿਹਾ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ ਜਾਂ ਨਹੀਂ ਹੈ, ਇਹ ਅਲੱਗ ਪਲੇਟਫਾਰਮ ਦੀ ਗੱਲ ਹੈ। ਉਹ 'ਤੇ ਵੀ ਕੋਈ ਡਿਸਕਸ ਕਰਨਾ ਚਾਹਵੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਆਪਾਂ ਕਰ ਸਕਦੇ ਹਾਂ। ਲੇਕਿਨ
ਇੱਥੇ ਜਿਹੜਾ ਇਸ਼ੂ ਹੈ ਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਉਹਨੂੰ ਕਹਿਣਾ ਜਾਂ ਸਤਿਕਾਰ ਕਰਨਾ ਜਾਂ ਗੁਰੂ ਕਹਿਣਾ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਹੋਰ ਬੇਅਦਬੀ ਹੈ। ਜਦੋਂ ਇਹ ਘਟਨਾ ਸਾਹਮਣੇ ਆਈ ਲਖਵੀਰ ਸਿੰਘ ਦੀ ਮੌਤ ਦੀ, ਜਦੋਂ ਉਹ ਤਸ਼ੱਦਦ ਦੀ ਜਿਹੜੀ ਵੀਡੀਓ ਸਾਹਮਣੇ ਆਈ, ਉਹਨੂੰ ਲਟਕਾਇਆ ਗਿਆ ਸੀ, ਤੜਪਾਇਆ ਜਾ ਰਿਹਾ ਸੀ, ਉਦੋਂ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ ਵੀ ਇਸਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਮਤਲਬ ਕਿ ਪਹਿਲਾਂ ਗੱਲਾਂ ਆਈਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ, ਸ਼ਾਇਦ ਲੋਕਾਂ ਨੇ ਇਹੀ ਸੋਚਿਆ ਵੀ ਗੁਰੂ ਸਾਹਿਬ ਦੀ ਬੇਅਦਬੀ ਤਾਂ ਉਹੀ ਹੋਈ। ਉਸ ਤੋਂ ਬਾਅਦ ਗੱਲ ਸਾਹਮਣੇ ਆਈ ਵੀ ਸਰਬਲੋ ਗ੍ਰੰਥ ਦੀ ਬੇਅਦਬੀ ਕੀਤੀ ਹੈ ਅਤੇ ਜਾਂ ਕਰਨ ਲੱਗਿਆ ਸੀ ਬੇਅਦਬੀ। ਉਹ ਬੇਅਦਬੀ ਵਾਲੀ ਵੀਡੀਓ ਵੀ ਅੱਜ ਤੱਕ ਕਿਤੇ ਸਾਹਮਣੇ ਨਹੀਂ ਆਈ। ਦੇਖੋ, ਜਿਹੜਾ ਕੱਲ੍ਹ ਫੋਟੋ ਸਾਹਮਣੇ ਆਈਆਂ ਨੇ ਜੀ, ਉਹਨਾਂ ਨੇ ਸਾਰੇ ਸੀਨ ਨੂੰ ਬਦਲ ਦਿੱਤਾ। ਪਹਿਲਾਂ ਜਿਹੜੀ ਗੱਲ ਸੀ ਉਹ ਇੱਥੋਂ ਤੱਕ ਸੀ ਕਿ ਕੀ ਉਹਨੇ ਕਿਸੇ ਸਾਜ਼ਿਸ਼ ਦੇ ਅਧੀਨ ਕੀਤਾ। ਜੇ ਸਾਜ਼ਿਸ਼ ਦੇ ਅਧੀਨ ਕੀਤਾ ਸੀ, ਅੱਜ ਜਿਹੜਾ ਕਿਹਾ ਜਾ ਰਿਹਾ ਕਿ ਸਾਜ਼ਿਸ਼ ਸੀ ਜੀ ਉਹਦੇ ਕੋਲ ਬੇਅਦਬੀ ਕਰਾਉਣ ਦੀ, ਤੇ ਫਿਰ ਸਾਜ਼ਿਸ਼ੀ ਨੂੰ ਮਾਰ ਕੇ ਤੇ ਸਾਰੀ ਸਾਜ਼ਿਸ਼ ਖਤਮ ਕਰਤੀ ਨਾ, ਉਹਦੇ ਪ੍ਰੂਫ ਹੀ ਕੋਈ ਨਹੀਂ ਰਹਿ ਗਿਆ। ਹੁਣ ਅੱਜ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਗਈ ਜਿਹਦੇ ਵਿੱਚ ਉਹ ਕਹਿ ਰਿਹਾ ਕਿ 30,000 ਰੁਪਇਆ ਦਿੱਤਾ ਜਾ ਰਿਹਾ, ਹੁਣ ਉਹਦੇ ਵਿੱਚ ਉਹਦੇ ਅੰਗ ਪੂਰੇ ਨੇ, ਉਹਦਾ ਹੱਥ ਨਹੀਂ ਕੱਟਿਆ ਹੋਇਆ। ਜਦ ਕਿ ਪਹਿਲਾਂ ਇਹ ਕਿਹਾ ਗਿਆ ਕਿ ਉਹਦਾ ਜਿਹੜੇ ਹੱਥ ਨਾਲ ਉਹਨੇ ਪੋਥੀ ਫੜੀ ਹੋਈ ਸੀ ਉਹ ਹੱਥ ਵੱਢ ਦਿੱਤਾ ਗਿਆ। ਜੇ ਹੱਥ ਵੱਢ ਦਿੱਤਾ ਗਿਆ ਤਾਂ ਪੋਥੀ ਤਾਂ ਥੱਲੇ ਗਿਰੀ ਹੋਏਗੀ, ਜਿਹੜੀ ਉਹ ਹੱਥ ਫੜੀ ਸੀ। ਬੇਅਦਬੀ ਤਾਂ ਉਹਦੇ ਉਦੋਂ ਹੋਈ ਹੋਏਗੀ। ਅਤੇ ਨਾਲੇ ਉਹਨੂੰ ਖ਼ਤਮ ਕਰਕੇ ਸਾਰਾ ਚੈਪਟਰ ਹੀ ਕਿ ਉਹਦੇ ਪਿੱਛੇ ਕੌਣ ਹੈ, ਕਿੰਨੇ ਭੇਜਿਆ, ਕਿਉਂ ਭੇਜਿਆ, ਉਹ ਕੀ ਚਾਹੁੰਦਾ ਸੀ, ਉਹਦਾ ਕੀ ਮਕਸਦ ਸੀ, ਸਾਰਾ ਕੁਝ ਲੁਕਾ ਦਿੱਤਾ ਗਿਆ। ਲੇਕਿਨ ਅੱਜ ਤਾਂ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਕੀ ਸਾਜ਼ਿਸ਼ ਇੱਥੋਂ ਤੱਕ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਤੱਕ, ਜਾਂ ਸਾਜ਼ਿਸ਼ ਇਹ ਸੀ ਕਿ ਉੱਥੇ ਬੰਦਾ ਮਰਵਾਤਾ ਜਾਏ ਤਾਂ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਜਿਹਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਔਰ ਜਿਹੜਾ ਸੱਚਾ ਦਾਅਵਾ ਹੈ ਕਿ 10 ਮਹੀਨੇ ਤੋਂ ਉੱਤੇ ਤੋਂ ਚੱਲਦਾ ਪਿਆ ਔਰ ਬਿਲਕੁਲ ਸ਼ਾਂਤਮਈ ਰਿਹਾ, ਉਹਦੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ, ਉਹਨੂੰ ਬਦਨਾਮ ਕੀਤਾ ਜਾਏ, ਉਹਨੂੰ ਚੁਕਾਉਣ ਦਾ ਕੋਈ ਬਹਾਨਾ ਬਣਾ ਲਿਆ ਜਾਏ। ਲੇਕਿਨ ਸਰ ਬੀਜੇਪੀ ਦੇ ਜਿਹੜੇ ਬੁਲਾਰੇ ਨੇ ਜਾਂ ਸਰਕਾਰ ਵੱਲੋਂ ਵੀ ਪੱਖ ਰੱਖਿਆ ਗਿਆ ਹੈ ਵੀ ਇਹ ਪਹਿਲੀ ਘਟਨਾ ਨਹੀਂ, ਕਦੇ ਟਿੱਕਰੀ ਬਾਰਡਰ ਦੇ ਇੱਕ ਕੁੜੀ ਦੀ ਪੱਤ ਲੁੱਟੀ ਜਾਂਦੀ ਹੈ, ਕਿਤੇ ਇੱਕ ਬੰਦੇ ਨੂੰ ਸਾੜ ਦਿੱਤਾ ਜਾਂਦਾ ਹੈ, ਕਿਤੇ ਇਹ ਜਿਹੜੀ ਘਟਨਾ ਹੁਣ ਹੋਈ ਹੈ ਕਿਤੇ ਇਹ ਹੋ ਜਾਂਦੀ ਹੈ। ਮਤਲਬ ਕਹਿੰਦੇ ਇਹ ਪਹਿਲੀ ਘਟਨਾ ਨਹੀਂ ਹੋਈ। ਨਹੀਂ, ਦੇਖੋ ਗੱਲ ਇਹ ਹੈ, ਜਿਹੜੀ ਗੱਲ ਉਹ ਪੱਤ ਲੁੱਟੇ ਜਾਣ ਵਾਲੀ ਉਹ ਸੱਚਾਈ ਹੈ। ਮੈਂ ਆਪ ਵੀ ਉਹਦਾ ਪਤਾ ਕੀਤਾ, ਉਹ ਸੱਚਾਈ ਹੈ ਔਰ ਕਿਸਾਨ ਆਗੂਆਂ ਨੇ ਵੀ ਉਹਨੂੰ ਡਿਨਾਈ ਨਹੀਂ ਕੀਤਾ। ਔਰ ਉਹ ਬੰਦਾ ਜਿਹਨੇ ਕੀਤਾ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹਦਾ ਜੋ ਵੀ ਕੋਈ ਇਹੋ ਜਿਹੀ ਗੱਲ ਹੋਈ ਹੈ, ਅਗਰ ਕੋਈ ਲੋਕਲ ਕ੍ਰਾਈਮ ਉੱਥੇ ਹੋਇਆ ਤਾਂ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਸਵਾਲ ਹੁੰਦਾ ਹੈ ਕਿ ਜਿਹੜੀ ਐਜੀਟੇਸ਼ਨ ਹੈ, ਐਜੀਟੇਸ਼ਨ ਵਾਇਲੈਂਟ ਤਾਂ ਨਹੀਂ ਹੋਈ, ਐਜੀਟੇਸ਼ਨ ਨਹੀਂ ਵਾਇਲੈਂਟ ਹੋਈ ਅੱਜ ਤੱਕ। ਅਗਰ ਤੁਸੀਂ ਉਹਦੇ ਵਿੱਚ ਅਗਰ ਕੋਈ ਵੱਧ ਤੋਂ ਵੱਧ ਕਹਿ ਸਕਦੇ ਹੋ ਨਾ, ਤੇ ਆ ਲਖਮੀਪੁਰ ਖੀਰੀ ਵਾਲਾ ਜਿਹੜਾ ਕੇਸ ਹੈ ਉਹਦੇ ਵਿੱਚ 2 ਬੀਜੇਪੀ ਦੇ ਵਰਕਰ ਮਾਰੇ ਗਏ, ਨਹੀਂ ਬੀਜੇਪੀ ਦੇ 2 ਵਰਕਰ ਮਾਰੇ ਗਏ ਨੇ, ਇੱਕ ਡਰਾਈਵਰ ਮਾਰਿਆ ਗਿਆ, ਅਤੇ ਇੱਕ ਤਾਂ 4 ਕਿਸਾਨ ਮਰੇ ਨੇ ਅਤੇ ਇੱਕ ਪੱਤਰਕਾਰ ਮਰਿਆ। ਉਹ ਇੰਸਟੈਂਟ ਰਿਐਕਸ਼ਨ ਹੈ, ਇੰਸਟੈਂਟ ਰਿਐਕਸ਼ਨ ਜਿਹੜਾ ਉਹ ਬਿਲਕੁਲ ਉਹਦੇ ਨਾਲ ਉਹਨੂੰ ਜੋੜਿਆ ਨਹੀਂ ਜਾ ਸਕਦਾ। ਲੇਕਿਨ ਕੀ ਉਸ ਨੂੰ ਵੀ ਜਸਟੀਫਾਈ ਮੰਨਿਆ ਜਾਵੇ ਜਾਂ ਫਿਰ ਨਹੀਂ? ਨਹੀਂ, ਜਿਹੜੀ ਭਾਵਕਤਾ ਦੇ ਵਿੱਚ ਹੋਈ ਚੀਜ਼ ਹੁੰਦੀ ਹੈ ਨਾ, ਉਹਦੀ ਜਸਟੀਫਿਕੇਸ਼ਨ ਨਹੀਂ ਹੁੰਦੀ। ਉਹਨੂੰ ਇਹ ਨਹੀਂ ਕਿ ਉਹਦੇ ਵਾਸਤੇ ਸਜ਼ਾ ਨਹੀਂ ਹੋਣੀ ਚਾਹੀਦੀ, ਉਹਦੀ ਜਸਟੀਫਾਈ ਨਹੀਂ ਉਹਨੂੰ ਕੀਤਾ ਜਾ ਸਕਦਾ, ਬਿਲਕੁਲ ਨਹੀਂ। ਇੰਸਟੈਂਟ ਰਿਐਕਸ਼ਨ ਹੁੰਦਾ ਉਹਨੂੰ ਉਸ ਮੂਵਮੈਂਟ ਦਾ ਅੰਗ ਬਣਾ ਕੇ ਨਹੀਂ ਵੇਖਿਆ ਜਾ ਸਕਦਾ। ਇਹਨੂੰ ਕੋਈ ਇਹੋ ਜਿਹਾ ਰੂਪ ਦੇਣ ਦੀ, ਹੁਣ ਜਿਸ ਵੇਲੇ ਉਹਦੀਆਂ ਫੋਟੋ ਆ ਗਈਆਂ ਕਿ ਉਹ ਮਿਨਿਸਟਰਾਂ ਦੇ ਨਾਲ ਮੀਟਿੰਗਾਂ ਕਰ ਰਿਹਾ ਔਰ ਉਹਦੇ ਨਾਲ ਪਿੰਕੀ ਵਰਗਾ ਬੰਦਾ ਜਿਹੜਾ ਹੈ ਉਹ ਨਾਲ ਖੜਾ ਹੈ, ਇਹਦਾ ਮਤਲਬ ਹੈ ਕਿ ਪਿੰਕੀ ਐਵੇਂ ਤਾਂ ਉਸ ਗੇਮ ਦੇ ਵਿੱਚ ਨਹੀਂ, ਉਹ ਇੰਸਟਰੂਮੈਂਟਲ ਹੈ ਕੋਈ ਮੀਟਿੰਗ ਕਰਾਉਣ ਦੇ ਵਿੱਚ, ਸਾਰੀ ਸਾਜ਼ਿਸ਼ ਕੋਈ ਬਣਾਉਣ ਦੇ ਵਿੱਚ, ਖੇਡ ਬਣਾਉਣ ਦੇ ਵਿੱਚ। ਅਤੇ ਉਹ ਤਾਂ ਇਸ ਗੱਲ ਬਾਰੇ ਮਸ਼ਹੂਰ ਹੈ ਕਿ ਇਹੋ ਜਿਹੀਆਂ ਖੇਡਾਂ ਰਚਣ ਦੇ ਵਿੱਚ, ਇਹੋ ਜਿਹੇ ਚੱਕਰਵਿਊਹ ਰਚਣ ਦੇ ਵਿੱਚ ਉਹ ਜਿਹੜਾ ਉਹ ਮਾਸਟਰ ਹੈ। ਅੱਜ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਕੀ ਸਰਕਾਰ ਖੁਦ ਹੀ ਤਾਂ ਕੋਈ ਇਹੋ ਜਿਹੀ ਗੇਮ ਨਹੀਂ ਖੇਡ ਰਹੀ ਸੀ, ਥਰੂ ਏਜੰਸੀ, ਥਰੂ ਪਿੰਕੀ ਔਰ ਥਰੂ ਸਮ ਅਦਰ ਸਿਸਟਮ, ਕਿ ਐਜੀਟੇਸ਼ਨ ਨੂੰ ਬਦਨਾਮ ਕਰਨ ਦੇ ਵਾਸਤੇ ਉੱਥੇ ਬੰਦਾ ਮਰਵਾਤਾ ਜਾਏ। ਲੇਕਿਨ ਇਹ ਜੁਲਾਈ ਮਹੀਨੇ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ, ਲੇਕਿਨ ਜਦੋਂ ਇਹ ਕਾਂਡ ਹੋਇਆ, ਇਹ ਘਟਨਾ ਵਾਪਰ ਗਈ, ਲਖਵੀਰ ਸਿੰਘ ਦਾ ਕਤਲ ਹੋ ਗਿਆ, ਉਸ ਤੋਂ ਬਾਅਦ ਇਹਨਾਂ ਤਸਵੀਰਾਂ ਦਾ ਸਾਹਮਣੇ ਆਉਣਾ। ਅਗਰ ਜੀ ਦੇਖੋ ਗੱਲ ਇਹ ਹੈ, ਅਮਨ ਸਿੰਘ ਕਿਸੇ ਦਾ ਵੀ ਆਥੋਰਾਈਜ਼ ਨੁਮਾਇੰਦਾ ਨਹੀਂ, ਕੋਈ ਕਿਸਾਨ ਆਗੂਆਂ ਦਾ ਆਥੋਰਾਈਜ਼ ਨੁਮਾਇੰਦਾ ਨਹੀਂ ਵੀ ਤੂੰ ਜਾ ਕੇ ਸਾਡੇ ਬਿਹਾਫ 'ਤੇ ਗੱਲ ਕਰ ਸਕਣਾ ਹੈ। ਜਿਹੜਾ ਉਹ ਕਹਿ ਰਿਹਾ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਨ ਲਈ ਗਿਆ ਸਾਂ, ਕੋਈ ਕੌਮ ਵੱਲੋਂ, ਕੋਈ ਅਕਾਲ ਤਖਤ ਵੱਲੋਂ
ਕੋਈ ਨਿਹੰਗ ਜਥੇਬੰਦੀਆਂ ਵੱਲੋਂ ਉਹਨੂੰ ਪਾਵਰ ਦਿੱਤੀ ਗਈ ਹੋਵੇ ਵੀ ਜਾ ਕੇ ਤੂੰ ਸਾਡੇ ਬਿਹਾਫ ਤੇ ਗੱਲ ਕਰ ਲੈ। ਕਿਹੜੀ ਬੇਅਦਬੀ ਵਾਲੀ, ਜਿਹੜੀਆਂ ਹੋ ਚੁੱਕੀਆਂ ਨੇ ਜਾਂ ਜਿਹੜੀ ਹੋਣ ਵਾਲੀ ਸੀ? ਪਹਿਲੀਆਂ ਜਿਹੜੀਆਂ ਹੋ ਚੁੱਕੀਆਂ ਨੇ। ਉਹ ਇਹ ਕਹਿੰਦਾ ਹੈ ਕਿ ਅਸੀਂ ਚਿੱਠੀਆਂ ਵੀ ਪਾਈਆਂ ਸੀ ਤੇ ਮੈਂ ਉਹਦੇ ਬਾਰੇ ਗੱਲ ਕਰਨ ਲਈ ਗਿਆ ਸੀ। ਜੇ ਤੂੰ ਗਿਆ ਸੀ, ਤੂੰ ਚਿੱਠੀਆਂ ਪਾਈਆਂ ਸੀ, ਉਹਦੇ ਤੈਨੂੰ ਰਿਸਪੌਂਸ ਆਈ ਹੈ, ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਕਿ ਤੂੰ ਇਹਨੂੰ ਨਸ਼ਰ ਕਰ। ਸਰ ਲੇਕਿਨ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਕੀ ਕਰਨਾ ਹੈ? ਮਿਲਣਾ ਤਾਂ ਅਮਿਤ ਸ਼ਾਹ ਨੂੰ ਮਿਲੇ ਜਿਹੜਾ ਹੋਮ ਮਿਨਿਸਟਰ ਹੈ। ਬਿਲਕੁਲ ਬਿਲਕੁਲ ਬਿਲਕੁਲ। ਜਿਸ ਵੇਲੇ ਇਹੀ ਗੱਲ ਜਿਹੜੀ ਹੈ ਨਾ ਸਭ ਕੁਝ ਐਕਸਪਲੇਨ ਕਰਦੀ ਹੈ, ਉਹਦੇ ਝੂਠ ਨੂੰ ਆਪਣੇ ਆਪ 'ਚ ਐਕਸਪਲੇਨ ਕਰਦੀ ਹੈ ਕਿ ਬੇਅਦਬੀਆਂ ਵਾਲੇ ਇਸ਼ੂ ਦੇ ਉੱਤੇ ਤੋਮਰ ਦਾ ਕੋਈ ਰੋਲ ਨਹੀਂ। ਉਹ ਕ੍ਰਿਸ਼ੀ ਮੰਤਰੀ ਹੈ, ਕ੍ਰਿਸ਼ੀ ਮੰਤਰੀ ਦਾ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਕੋਈ ਰੋਲ ਨਹੀਂ। ਤੂੰ ਮੀਟਿੰਗ ਕਰ ਰਿਹਾ ਕ੍ਰਿਸ਼ੀ ਮੰਤਰੀ ਦੇ ਨਾਲ ਤੇ ਉਹਨਾਂ ਲੋਕਾਂ ਦੇ ਸਾਹਮਣੇ ਕੰਪਨੀ ਦੇ ਵਿੱਚ ਕਰ ਰਹੇ ਆ ਜਿਨ੍ਹਾਂ ਬਾਰੇ ਹਰ ਵੇਲੇ ਸ਼ੰਕੇ ਹੀ ਸ਼ੰਕੇ ਨੇ ਕਿ ਇਹ ਸਰਕਾਰ ਦੀਆਂ ਗੇਮਸ ਖੇਲਦੇ ਨੇ, ਸਰਕਾਰ ਦੇ ਬਿਹਾਫ ਦੇ ਉੱਤੇ ਚੱਕਰ ਵੀ ਰਚਦੇ ਨੇ। ਜੇ ਕਿਹਾ ਜਾਂਦਾ ਵੀ ਅਸੀਂ ਖੇਤੀਬਾੜੀ ਬਿੱਲਾਂ ਦੇ ਸੰਬੰਧ ਵਿੱਚ ਗਏ ਮੀਟਿੰਗ ਕਰਨ ਤਾਂ ਵੀ ਸ਼ਾਇਦ ਮੰਨ ਲਿਆ ਜਾਂਦਾ। ਨਹੀਂ, ਉਹ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹਦੇ ਕੋਲ ਕੋਈ ਆਥੋਰਾਈਜੇਸ਼ਨ ਨਹੀਂ ਹੈ ਗੱਲ ਕਰਨ। ਨਹੀਂ, ਬਾਬਾ ਲੱਖਾ ਸਿੰਘ ਜੀ ਵੀ ਜਿਹੜੇ ਨਾਨਕਸਰ ਵਾਲੇ ਨੇ ਉਹ ਵੀ ਗਏ ਸੀ, ਉਹ ਵੀ ਮੇਰੇ ਖਿਆਲ 'ਚ ਗਏ ਕਿਸੇ ਹੋਰ ਕੰਮ ਸੀ, ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਬਾਬਾ ਰਾਮ ਸਿੰਘ ਜੀ ਸੀ ਉਹ ਉੱਥੇ ਅਕਾਲ ਚਲਾਣਾ ਕਰ ਗਏ ਸੀ ਤੇ ਉਸ ਤੋਂ ਬਾਅਦ ਉਹ ਗਏ ਸੀ ਐਜ਼ ਅ ਸਿੰਪਥੀ ਕਹਿ ਲਓ ਜਾਂ ਫਿਰ ਗੱਲ ਕਰਨ ਗਏ ਸੀ। ਆਥੋਰਾਈਜ਼ ਤਾਂ ਉਹਨਾਂ ਨੂੰ ਵੀ ਕਿਸੇ ਨੇ ਨਹੀਂ ਕੀਤਾ ਸੀ। ਨਹੀਂ, ਆਥੋਰਾਈਜ਼ ਨਹੀਂ ਕੀਤਾ, ਉਹਨਾਂ ਨੇ ਮੀਡੀਏਟ ਕਰਨ ਦੀ ਕੋਸ਼ਿਸ਼ ਕੀਤੀ ਨਾ ਆਪਣੇ ਆਪ ਮੀਡੀਏਟ। ਪਤਾ ਬਾਬਾ ਅਮਨ ਨੇ ਵੀ ਕੋਸ਼ਿਸ਼ ਕੀਤੀ ਹੋਵੇ। ਨਹੀਂ, ਜੇ ਮੀਡੀਏਟ ਕਰਨ ਦੀ ਕੋਸ਼ਿਸ਼ ਹੁੰਦੀ ਤੇ ਪਹਿਲਾਂ ਆ ਕੇ ਕਿਸਾਨਾਂ ਨਾਲ ਗੱਲ ਕਰਦਾ ਵੀ ਮੈਂ ਮੀਡੀਏਟ ਕਰਾਂ, ਜਾਂ ਜਿਸ ਵੇਲੇ ਹੋ ਕੇ ਆਇਆ ਸੀ ਉੱਥੋਂ ਆ ਕੇ ਕਹਿੰਦਾ ਜੀ ਕਿ ਮੈਂ ਕੋਸ਼ਿਸ਼ ਕੀਤੀ, ਮੇਰੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਜਾਂ ਇਸ ਪ੍ਰੋਗਰੈਸ 'ਤੇ ਪਹੁੰਚੀ ਹੈ। ਉਹਨੇ ਤਾਂ ਉਸ ਗੱਲ ਨੂੰ ਅੱਜ ਤੱਕ ਪਰਦੇ ਦੇ ਵਿੱਚ ਰੱਖਿਆ ਤੇ ਪਰਦੇ ਦੇ ਵਿੱਚ ਉਹ ਗੱਲਾਂ ਰੱਖੀਆਂ ਜਾਂਦੀਆਂ ਜਿਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਹੋਵੇ। ਜਿਨ੍ਹਾਂ ਨੂੰ ਲੁਕਾਉਣਾ ਹੋਵੇ ਉਹਨਾਂ ਦੇ ਪਰਦੇ ਪਾਏ ਜਾਂਦੇ ਨੇ, ਅਦਰਵਾਈਜ਼ ਤਾਂ ਖੁੱਲ੍ਹੀ ਗੱਲ ਕੀਤੀ ਜਾਂਦੀ ਹੈ। ਜਦੋਂ ਇਹਨੂੰ ਬੁਲਾਇਆ ਗਿਆ, ਇਹ ਕਹਿੰਦਾ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ ਬੁਲਾਇਆ ਗਿਆ ਸੀ, ਚਿੱਠੀਆਂ ਪਾਈਆਂ ਹੋਈਆਂ ਸੀ ਪਹਿਲਾਂ, ਤੇ ਇਹ ਲੋਕਾਂ ਦੇ ਵਿੱਚ ਬਿਆਨ ਦਿੰਦਾ ਮੀਡੀਆ ਦੇ ਸਾਹਮਣੇ ਕਿ ਅਸੀਂ ਇਹ ਕੀਤਾ ਸੀ, ਸਾਨੂੰ ਬੁਲਾਇਆ ਗਿਆ, ਹੁਣ ਮੈਂ ਉਹਨਾਂ ਨਾਲ ਗੱਲ ਕਰਨ ਲਈ ਜਾ ਰਿਹਾ। ਉੱਥੋਂ ਗੱਲ ਕਰਕੇ ਆ ਕੇ ਕਹਿੰਦਾ ਵੀ ਆਹ ਮੇਰੀ ਗੱਲਬਾਤ ਹੋਈ ਹੈ। ਨਾ ਇਹਨੇ ਪਹਿਲਾਂ ਕੀਤੀ ਨਾ ਬਾਅਦ ਦੇ ਵਿੱਚ ਕੀਤੀ। ਇਹ ਤਾਂ ਸਾਰਾ ਸ਼ੱਕ ਵਾਲਾ ਗੱਲ ਹੈ। ਇਹਦੀ ਬੜੀ ਹਾਈ ਲੈਵਲ ਇਨਕੁਆਇਰੀ ਹੋਣੀ ਚਾਹੀਦੀ ਹੈ, ਪਰ ਬਦਕਿਸਮਤੀ ਨਾਲ ਹੋ ਨਹੀਂ ਸਕਦੀ। ਅੱਜ ਇਹੀ ਕੇਸ ਕੋਈ ਆਪੋਜੀਸ਼ਨ ਦਾ ਹੁੰਦਾ ਜਾਂ ਕਿਸੇ ਹੋਰ ਦਾ ਹੁੰਦਾ ਜਿਹਨੂੰ ਸਰਕਾਰ ਫਸਾਉਣਾ ਚਾਹੁੰਦੀ, ਤੇ ਹੁਣ ਤੱਕ ਕਈ ਏਜੰਸੀਆਂ ਜਿਹੜੀਆਂ ਉਹ ਐਕਟਿਵ ਹੋ ਜਾਂਦੀਆਂ। ਇੱਥੇ ਕਿਉਂਕਿ ਸਰਕਾਰ ਦੀ ਆਪਣੀ ਇਨਵੋਲਵਮੈਂਟ ਆ ਰਹੀ ਹੈ, ਮਿਨਿਸਟਰਾਂ ਦੇ ਨਾਲ ਉਹਦੀ ਮੀਟਿੰਗ ਹੋ ਰਹੀ ਹੈ, ਤੇ ਅਸੀਂ ਕੀ ਆਸ ਕਰ ਸਕਦੇ ਹਾਂ ਵੀ ਕਿਹੜੀ ਏਜੰਸੀ ਕਰੇਗੀ ਇਨਵੈਸਟੀਗੇਟ, ਤੇ ਜੇ ਕਰੇਗੀ ਤੇ ਉਹ ਸੱਚਾ ਨਿਆਂ ਕਰੇਗੀ, ਸੱਚੀ ਖੋਜ ਕਰੇਗੀ। ਉਸ ਨਾਲ ਗੁਰਮੀਤ ਸਿੰਘ ਪਿੰਕੀ ਦਾ ਬਿਆਨ ਆਇਆ, ਉਹ ਕਹਿੰਦੇ ਵੀ ਅਸੀਂ ਜਾ ਰਹੇ ਸੀ ਆਪਣੇ ਕੰਮ ਮਿਲਣ ਮੰਤਰੀ ਸਾਹਿਬ ਨੂੰ, ਤੇ ਸਾਨੂੰ ਰਸਤੇ 'ਚ ਇਹ ਮਿਲੇ ਤੇ ਕਹਿੰਦੇ ਚਲੋ ਮੈਂ ਵੀ ਚੱਲਦਾ। ਤੇ ਇੱਦਾਂ ਪੋਸੀਬਲ ਹੈ ਵੀ ਚੱਲ ਅਸੀਂ ਇਹ ਕਿਹੜਾ ਮਾਮੇ ਦੇ ਵਿਆਹ 'ਤੇ ਚੱਲੇ ਸੀ ਵੀ ਚੱਲ ਬਈ ਤੂੰ ਵੀ ਨਾਲ ਚੱਲ ਪੈ। ਤੁਸੀਂ ਇਹ ਸਮਝਦੇ ਹੋ ਕਿ ਇੱਕ ਕੇਂਦਰੀ ਮੰਤਰੀ ਨੂੰ ਮਿਲਣਾ ਐਡਾ ਸਹਿਜ ਜਿਹਾ ਕਿ ਕੋਈ ਕਹਿੰਦਾ ਬਸ ਚੱਲੇ ਆ ਮਿਲਣ ਤੇ ਆ ਜਾ ਤੂੰ ਵੀ ਚੱਲੀਏ? ਇਹ ਗੱਲ ਤੁਹਾਡੀ ਮੰਨਣ 'ਚ ਆਉਂਦੀ ਹੈ? ਨਾਲੇ ਉਹ ਵੀ ਉਹ ਬੰਦਾ ਜਿਹੜਾ ਅੱਤਵਾਦ ਦੇ ਦੌਰ ਦੇ ਵਿੱਚ ਸਭ ਤੋਂ ਵਿਵਾਦਿਤ ਨਾਮ ਰਿਹਾ। ਸਿਰਫ ਅੱਤਵਾਦ ਦੇ ਦੌਰ 'ਚ ਵਿਵਾਦਿਤ ਨਾਮ ਨਹੀਂ ਰਿਹਾ, ਉਹਦਾ ਵੈਸੇ ਵੀ ਕ੍ਰਿਮੀਨਲ ਰਿਕਾਰਡ ਹੈ। 1978 ਦੇ ਵਿੱਚ ਉਹਦੇ ਉੱਤੇ ਕੇਸ ਦਰਜ ਹੋਇਆ, NDPS ਐਕਟ ਦੇ ਵਿੱਚ ਉਹਦੇ 'ਤੇ ਕੇਸ ਦਰਜ ਹੈ। 9 ਕਿਲੋ ਦੇ ਕਰੀਬ ਆਪਣਾ ਗਾਂਜਾ ਫੜਿਆ ਗਿਆ ਉਹਦੇ ਕੋਲੋਂ, ਬੜਾ ਵੱਡਾ ਕੇਸ ਹੈ। ਔਰ ਇੱਕ ਤਾਂ ਗੱਲ ਬੜੀ ਜਗ ਜ਼ਾਹਰ ਹੈ ਅੱਜ ਕਿ ਜਿਹਦੇ ਉੱਤੇ ਕੋਈ ਇਹੋ ਜਿਹੇ ਕੇਸ ਹੁੰਦੇ ਨੇ ਉਹ BJP ਦੀ ਸ਼ਰਨ ਚਲਾ ਜਾਂਦਾ ਤਾਂ ਕਿ ਮੇਰੇ ਕੇਸ ਜਿਹੜੇ ਨੇ ਖਤਮ ਹੋ ਜਾਣ। ਤੇ ਸ਼ਰਨ 'ਚ ਜਾਣ ਦਾ ਮਤਲਬ ਹੁੰਦਾ ਵੀ ਉਹ ਚਾਹੁੰਦੇ ਨੇ ਜੋ ਉਹ ਕਰੇ, ਤੇ ਇੰਝ ਹੀ ਲੱਗਦਾ ਪਿਆ ਵੀ ਉਹੀ ਕੀਤਾ ਗਿਆ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਵਾਸਤੇ, ਕਿਸਾਨ ਮੋਰਚੇ ਨੂੰ ਖਤਮ ਕਰਾਉਣ ਲਈ, ਤਾਂ ਕਿ ਉੱਥੋਂ ਜਿਹੜਾ ਚੁਕਾਇਆ ਜਾ ਸਕੇ। ਪਹਿਲੀ ਵੀਡੀਓ ਵਿੱਚ ਕਿਹਾ ਗਿਆ ਸੀ ਬਈ ਇਹ 20 ਬੰਦੇ ਆਏ ਸੀ, ਇੱਕ ਬੰਦੇ ਦਾ ਤਾਂ ਅਸੀਂ ਹਾਲ ਜਿਹੜਾ ਕਰਨਾ ਸੀ ਕਰਤਾ, ਸਜ਼ਾ ਦੇਤੀ ਹੈ ਇਹਨੂੰ ਮੌਕੇ 'ਤੇ ਹੀ, ਤੇ 19 ਬੰਦੇ ਜਿਹੜੇ ਨੇ ਉਹ ਵੀ ਆਪਣਾ ਹਿਸਾਬ ਲਾ ਕੇ ਰੱਖਣ। ਹੁਣ ਕਿਤੇ ਐਂ ਤਾਂ ਨਹੀਂ ਜਿਹੜੇ ਉੱਥੇ ਬੰਦੇ ਘੁੰਮਦੇ ਪਏ ਨੇ ਜਾਂ ਜੋ ਕਿਸਾਨ ਉੱਥੇ ਬੈਠੇ ਨੇ ਜਾਂ ਜਿਹੜੀ ਸੰਗਤ ਵੀ ਅਸੀਂ ਕਹਿ ਦਈਏ ਸੰਗਤ ਉੱਥੇ ਬੈਠੀ ਹੈ, ਬਈ ਜਿਹੜਾ ਖੰਗਿਆ ਉਹ ਟੰਗਿਆ, ਕਿਉਂਕਿ 19 ਪਛਾਣ ਤਾਂ ਹੈ ਨਹੀਂ ਕਿਸੇ ਦੇ 19 ਬੰਦੇ ਕੌਣ ਨੇ। ਹੁਣ ਠਾਕਰ ਜੀ ਗੱਲਾਂ ਨਾ ਬਹੁਤ ਵੱਡੀਆਂ ਆ ਗਈਆਂ ਨੇ। ਸਰਬਜੀਤ ਸਿੰਘ ਜਿਹੜਾ ਜਿਹਨੇ ਸਭ ਤੋਂ ਪਹਿਲਾਂ ਸਰੈਂਡਰ ਕੀਤਾ ਕਿ ਮੈਂ ਮਾਰਿਆ, ਕਰਵਾਇਆ ਗਿਆ ਸਰੈਂਡਰ, ਹਾਂ ਕਰਵਾਇਆ ਗਿਆ ਸਰੈਂਡਰ, ਉਹ 4 ਮਹੀਨੇ ਤੋਂ ਨਿਹੰਗ ਬਣਿਆ। ਜਿਸ ਵੇਲੇ ਉਹਦੀ ਪੱਗ ਉਤਰ ਗਈ ਤੁਸੀਂ ਦੇਖਿਆ ਹੋਣਾ, ਉਹਦੇ ਕੇਸ ਨਹੀਂ ਸੀ। ਠੀਕ ਹੈ, 4 ਮਹੀਨੇ 'ਚ ਇੰਨੇ ਕੀ ਆ ਸਕਦੇ ਨੇ ਜਿੰਨੇ ਆਏ ਸੀ। ਉਹ 4 ਮਹੀਨੇ ਤੋਂ ਬਣਿਆ। ਕਿਤੇ ਐਸਾ ਤਾਂ ਨਹੀਂ ਕਿ ਉਹ ਇੰਸਟਾਲ ਕੀਤਾ ਗਿਆ ਇੱਥੇ ਨਿਹੰਗਾਂ ਦੇ ਵਿੱਚ 4 ਮਹੀਨੇ ਤੋਂ, ਕਿਤੇ ਜਾ ਕੇ ਆਪਣੀ ਜਗ੍ਹਾ ਬਣਾ, ਉੱਥੇ ਨਿਹੰਗ ਬਣ ਜਾ ਤੇ ਫਿਰ ਜਿਵੇਂ ਤੈਨੂੰ ਵਰਤਣਾ ਹੋਏਗਾ ਤੈਨੂੰ ਵਰਤ ਲਵਾਂਗੇ। ਬਹੁਤ ਵੱਡੇ ਵੱਡੇ ਸਵਾਲ ਨੇ ਜਿਹੜੇ ਸਾਹਮਣੇ ਆ ਰਹੇ ਨੇ। ਇਹਨਾਂ
ਦੀ ਗਹਿਰਾਈ ਤੱਕ ਪਹੁੰਚਣ ਵਾਸਤੇ ਬੜੀ ਵੱਡੀ ਖੋਜ ਚਾਹੀਦੀ ਹੈ। ਉਹ ਜਾਂ ਤੁਸੀਂ ਪੱਤਰਕਾਰ ਕਰ ਸਕਦੇ ਹੋ ਤੇ ਜਾਂ ਸਰਕਾਰੀ ਏਜੰਸੀਆਂ ਕਰ ਸਕਦੀਆਂ। ਤੁਸੀਂ ਕੋਈ ਪੱਤਰਕਾਰ ਕਰ ਲਓਗੇ ਤੇ ਮੈਂ ਸਮਝਾਂਗਾ ਬੜੀ ਵੱਡੀ। ਵੈਸੇ ਖਾਲਸਾ ਜੀ ਦਾ ਸਵਾਲ ਬੜਾ ਬਹੁਤ ਵਧੀਆ ਸਵਾਲ ਹੈ, ਕਿਉਂਕਿ ਜਦੋਂ ਮੈਡੀਕਲ ਤੋਂ ਬਾਅਦ ਲਿਜਾਇਆ ਜਾ ਰਿਹਾ ਸੀ, ਪੱਤਰਕਾਰ ਵੀ ਬਾਹਰ ਖੜੇ ਸੀ, ਕੋਈ ਝੜਪ ਹੋਈ ਮਾੜੀ ਥੋੜ੍ਹੀ ਜਿਹੀ, ਤੇ ਪੱਗ ਥੋੜ੍ਹੀ ਟੇਢੀ ਹੋਈ, ਫਿਰ ਉਸਨੇ ਆਪਣੇ ਆਪ ਹੀ ਦਸਤਾਰ ਜਿਹੜੀ ਬੰਨੀ ਹੋਈ ਸੀ ਦਮਾਲਾ ਉਹ ਉਤਾਰਿਆ, ਤੇ ਬਾਲਾਂ ਦੀ ਇੰਨੀ ਲੰਬਾਈ ਸੀ। ਤੇ ਖਾਲਸਾ ਜੀ ਦਾ ਕਹਿਣਾ ਬਿਲਕੁਲ ਠੀਕ ਹੈ, 4 ਮਹੀਨੇ ਜਾਂ 5 ਮਹੀਨਿਆਂ ਜਿੰਨੀ ਕੁ ਗਰੋਥ ਹੋ ਸਕਦੀ ਹੈ ਬਾਲਾਂ ਦੀ। ਕਿਸਾਨ ਅੰਦੋਲਨ ਚੱਲੇ ਨੂੰ ਤਕਰੀਬਨ 11 ਮਹੀਨੇ ਹੋ ਚੁੱਕੇ ਨੇ। 26 ਨਵੰਬਰ ਨੂੰ ਜੇ ਆਪਾਂ ਦਿੱਲੀ ਦੀ ਗੱਲ ਕਰੀਏ, ਸਮਾਂ ਜ਼ਿਆਦਾ ਹੋ ਗਿਆ, ਦਿੱਲੀ ਪਹੁੰਚਿਆਂ ਨੂੰ ਸਾਲ ਕੰਪਲੀਟ ਹੋ ਜਾਣਾ ਹੈ। ਤੇ ਮਤਲਬ 4 ਜਾਂ 5 ਮਹੀਨੇ 'ਚ ਹੀ ਬਾਲਾਂ ਦੀ ਗਰੋਥ ਇੰਨੀ ਹੋ ਸਕਦੀ ਹੈ। ਤੇ ਕੀ ਜਿਹੜਾ ਖਦਸ਼ਾ ਖਾਲਸਾ ਜੀ ਪ੍ਰਗਟਾ ਰਹੇ ਨੇ, ਕੀ ਉਹ ਜਾਇਜ਼ ਹੈ, ਜਾਂ ਸਿਰਫ ਨਿਹੰਗ ਸਰਬਜੀਤ ਹੀ ਇਕਲੌਤਾ ਐਸਾ ਨਿਹੰਗ ਸਿੰਘ ਹੈ ਜਿਸਨੇ 4 ਜਾਂ 5 ਮਹੀਨੇ ਪਹਿਲਾਂ ਹੀ ਨਿਹੰਗ ਦਾ ਬਾਣਾ ਪਾਇਆ ਹੋਵੇ, ਜਾਂ ਹੋਰ ਵੀ ਨਿਹੰਗ ਸਿੰਘ ਅਜਿਹੇ ਨੇ? ਪੋਸੀਬਿਲਿਟੀ ਹੈ? ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਇਹੋ ਜਿਹੀਆਂ ਵੱਡੀਆਂ ਮੂਵਮੈਂਟਸ ਚੱਲਦੀਆਂ ਨੇ ਤੇ ਉੱਥੇ ਗਵਰਨਮੈਂਟ ਆਪਣੀਆਂ ਏਜੰਸੀਆਂ ਦੇ ਬੰਦੇ ਐਸਟੈਬਲਿਸ਼ ਕਰਦੀ ਹੈ। ਉਹ ਕਿਹੜੇ ਜਥੇ ਦੇ ਵਿੱਚ ਨੇ, ਨਿਹੰਗਾਂ 'ਚ ਕਿੰਨੇ ਨੇ, ਇਹ ਗੱਲ ਕੋਈ ਵੀ ਕਹਿ ਨਹੀਂ ਸਕਦਾ। ਇਹ ਤਾਂ ਸਰਕਾਰ ਜਾਣਦੀ ਹੈ ਜਾਂ ਉਹ ਏਜੰਸੀਆਂ ਜਾਣਦੀਆਂ ਜਿਨ੍ਹਾਂ ਨੇ ਭੇਜੇ ਹੋਏ ਨੇ। ਲੇਕਿਨ ਹੁੰਦੇ ਨੇ, ਜਿਸ ਵੇਲੇ ਇੱਕ ਬੰਦਾ ਇਹੋ ਜਿਹੇ ਕੇਸ ਦੇ ਵਿੱਚ ਆ ਗਿਆ ਜਿੱਥੇ ਇੱਕ ਬੰਦੇ ਦਾ ਮਰਡਰ ਕਰ ਦਿੱਤਾ ਗਿਆ, ਔਰ ਉਹਦੇ ਬਾਅਦ ਇਹ ਪਤਾ ਲੱਗਦਾ ਹੈ ਕਿ ਉਹ 4-5 ਮਹੀਨੇ ਤੋਂ ਹੀ ਨਿਹੰਗ ਬਣਿਆ ਸੀ, ਤੇ ਇਹ ਸਵਾਲ ਕੁਦਰਤੀ ਸਾਹਮਣੇ ਆ ਜਾਂਦੇ ਨੇ। ਸਰ, ਕਈ ਲੋਕਾਂ ਨੇ ਕਈ ਰਿਪੋਰਟਸ ਨੇ ਇਸ ਪੂਰੇ ਇੰਸੀਡੈਂਟ ਨੂੰ ਤਾਲਿਬਾਨੀ ਅੱਤਵਾਦ ਦੇ ਨਾਲ ਵੀ ਜੋੜਿਆ, ਵੀ ਜੋ ਤਸ਼ੱਦਦ ਜਿਵੇਂ ਕੀਤੀ ਜਾਂਦੀ ਹੈ, ਉੱਥੇ ਤੜਪਾ ਕੇ ਹਲਾਲ ਕੀਤਾ ਗਿਆ, ਬਾਂਹ ਕੱਟੀ ਗਈ, ਲਟਕਾਇਆ ਗਿਆ, ਫਿਰ ਲਟਕੇ ਹੋਏ ਨੂੰ ਬੀਬੀਆਂ ਕੁਛ ਆਈਆਂ, ਜੁੱਤੀ ਉਤਾਰ ਕੇ ਜੁੱਤੀ ਨਾਲ ਮਾਰਿਆ ਗਿਆ, ਜੁੱਤੀਆਂ ਮਾਰੀਆਂ ਗਈਆਂ ਉਸ ਨੂੰ। ਤੇ ਤੁਹਾਨੂੰ ਲੱਗਦਾ ਹੈ ਵੀ ਇੰਟਰਨੈਸ਼ਨਲ ਲੈਵਲ 'ਤੇ ਜੋ ਇੱਕ ਸਿੱਖਾਂ ਦੀ ਇੱਕ ਤਸਵੀਰ, ਇੱਕ ਛਵੀ ਹੈ ਵੀ ਇਹ ਥਾਂ 'ਤੇ ਲੰਗਰ ਲੱਗਦੇ ਨੇ, ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਸਿੱਖ ਪਹੁੰਚਦੇ ਨੇ ਸੇਵਾ ਕਰਨ ਦੇ ਲਈ, ਉਸ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਏਗੀ? ਦੇਖੋ, ਗੱਲ ਇਹ ਹੈ ਕਿ ਜੇ ਸੱਚਮੁੱਚ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਆਇਆ ਸੀ ਤੇ ਉਹਨੂੰ ਸਜ਼ਾ ਮਿਲ ਜਾਣੀ ਜਿਹੜੀ ਹੈ ਨਾ, ਇਹ ਕੋਈ ਵੱਡੀ ਗੱਲ ਨਹੀਂ। ਲੇਕਿਨ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨਹੀਂ, ਔਰ ਦੂਸਰਾ ਉਹਨੂੰ ਮਾਰ ਕੇ ਉਸ ਚੈਪਟਰ ਨੂੰ ਹੀ ਕਲੋਜ਼ ਕਰ ਦਿੱਤਾ ਗਿਆ। ਉਹ ਸਾਜ਼ਿਸ਼ ਜਿਹੜੀ ਹੈ ਉਹ ਬੇਨਕਾਬ ਹੋਣੀ ਮੁਸ਼ਕਿਲ ਹੋ ਗਈ ਹੈ। ਜਿਹੜਾ ਜ਼ੁਲਮ ਕਰਨ ਵਾਲਾ ਕੰਮ ਹੈ ਉਹ ਸਿੱਖ ਨਹੀਂ ਕਰਦਾ, ਇਸ ਤਰ੍ਹਾਂ ਦਾ ਇਹੋ ਜਿਹਾ ਤਸ਼ੱਦਦ ਜਿਹੜਾ ਸਿੱਖ ਨਹੀਂ ਕਰਦਾ। ਫਿਰ ਇਹ ਕੌਣ ਨੇ? ਦੇਖੋ, ਇਹ ਗਲਤ ਤਾਂ ਹੋਇਆ ਹੀ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਸਭ ਤੋਂ ਪਹਿਲਾਂ ਤਾਂ ਉਹਦੀ ਪੂਰੀ ਪੁੱਛ ਪੜਤਾਲ ਹੋਣੀ ਚਾਹੀਦੀ ਸੀ, ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ ਸੀ। ਸਜ਼ਾ ਦੇਣ ਦੀ ਗੱਲ ਤਾਂ ਉਹਦੇ ਬਾਅਦ ਆਉਂਦੀ ਹੈ ਨਾ। ਆਪਾਂ ਇੱਕ ਬੰਦਾ ਉਸੇ ਵੇਲੇ ਇੰਸਟੈਂਟਲੀ ਨਿਆਂ ਕਰ ਦੇਵੇ ਔਰ ਇਹੋ ਜਿਹੇ ਨਿਆਂ ਕਿ ਉਹਨੂੰ ਸਜ਼ਾਏ ਮੌਤ ਦੇ ਦਿੱਤੀ ਜਾਏ, ਉਹ ਤਾਂ ਨਹੀਂ। ਕਿਉਂਕਿ ਭਾਈ ਕਨ੍ਹਈਆ ਜੀ ਵੀ ਪਾਣੀ ਪਿਲਾਉਂਦੇ ਸੀ, ਦੁਸ਼ਮਣਾਂ ਨੂੰ ਵੀ ਪਿਲਾਉਂਦੇ ਸੀ ਪਾਣੀ। ਇੱਥੇ ਤਾਂ ਹਰ ਸਿੱਖ ਭਾਈ ਕਨ੍ਹਈਆ ਜੀ ਹੈ ਜੀ। ਜਿਸ ਵੇਲੇ ਕੋਈ ਕਿਸੇ ਮੁਲਕ ਦੇ ਵਿੱਚ ਵੀ ਕੁਦਰਤੀ ਆਫਤ ਆਉਂਦੀ ਹੈ ਤੇ ਸਿੱਖ ਨੇ ਜਿਹੜੇ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਨੇ, ਉੱਥੇ ਜਾ ਕੇ ਲੰਗਰ ਵੀ ਲਾਉਂਦੇ ਨੇ, ਉੱਥੇ ਲੋਕਾਂ ਨੂੰ ਕੱਪੜੇ ਵੀ ਵੰਡਦੇ ਨੇ, ਉੱਥੇ ਲੋਕਾਂ ਨੂੰ ਦਵਾਈਆਂ ਵੀ ਵੰਡਦੇ ਨੇ। ਇੱਥੇ ਤੇ ਹਰ ਸਿੱਖ ਜਿਹੜਾ ਉਹ ਭਾਈ ਕਨ੍ਹਈਆ ਬਣਿਆ ਹੋਇਆ। ਅੱਜ ਭਾਈ ਕਨ੍ਹਈਆ ਜੀ ਦੀ ਬਰਕਤ, ਭਾਈ ਕਨ੍ਹਈਆ ਜੀ ਦੀ ਅਸੀਸ, ਉਹਨਾਂ ਦੇ ਪਾਈਆਂ ਹੋਈਆਂ ਲੀਹਾਂ ਐਡੀਆਂ ਅੱਛੀਆਂ ਚੱਲ ਰਹੀਆਂ ਨੇ ਕਿ ਸਿੱਖ ਕੌਮ ਉਹਦੇ ਉੱਤੇ ਜਿਹੜੀ ਹੈ ਬੜਾ ਪਹਿਰਾ ਦਿੰਦੀ ਹੈ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਲੇਕਿਨ ਜਿਸ ਤਰ੍ਹਾਂ ਨਾਲ ਇਹ ਹੋਇਆ ਔਰ ਜੋ ਕੁਝ ਅੱਜ ਪੜਤਾਂ ਖੁੱਲ੍ਹ ਰਹੀਆਂ ਨੇ, ਉਹਨੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਬਹੁਤ ਧੰਨਵਾਦ ਨਾਲ ਗੱਲਬਾਤ ਕਰਨ ਦੇ ਲਈ। ਤਾਂ ਖਾਲਸਾ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈ ਕਿ ਭਾਈ ਕਨ੍ਹਈਆ ਜੀ ਦੀਆਂ ਲੀਹਾਂ 'ਤੇ ਤੁਰਦੇ ਹੋਏ ਸਿੱਖ ਪੰਥ ਅੱਜ ਵੀ ਸੇਵਾ ਕਰ ਰਿਹਾ ਹੈ। ਪਰ ਜੋ ਕੁਝ ਸਿੰਘੂ ਬਾਰਡਰ 'ਤੇ ਹੋਇਆ, ਉਹ ਭਾਈ ਕਨ੍ਹਈਆ ਜੀ ਦੀਆਂ ਲੀਹਾਂ 'ਤੇ ਚੱਲਣ ਵਾਲੀ ਗੱਲ ਨਹੀਂ ਸੀ। ਤੇ ਵਾਕਈ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਸੀ ਲਖਵੀਰ ਸਿੰਘ, ਜਾਂ ਫਿਰ ਸਰਵ ਲੋ ਗ੍ਰੰਥ ਜਾਂ ਸਰਵ ਲੋ ਪੋਥੀ ਦੀ ਕਰਨ ਵਾਲਾ ਸੀ? ਬੇਅਦਬੀ ਹੋਈ ਜਾਂ ਫਿਰ ਨਹੀਂ ਹੋਈ? ਕੀ ਉਸ ਦੀ ਵੀਡੀਓ ਵੀ ਕੋਈ ਹੈ? 20 ਬੰਦੇ ਪਹਿਲਾਂ ਦੱਸੇ ਗਏ ਕਿ ਪਲਾਂਟ ਕੀਤੇ ਗਏ ਨੇ ਜਾਂ ਭੇਜੇ ਗਏ ਨੇ। ਇੱਕ ਲਖਵੀਰ ਸਿੰਘ ਸੀ ਜਿਸ ਨੂੰ ਕਤਲ ਕਰ ਦਿੱਤਾ ਗਿਆ, ਤੇ 19 ਬੰਦੇ ਕੌਣ ਨੇ? ਹੁਣ ਇਸ ਬਾਰੇ ਕੌਣ ਦੱਸੇਗਾ? ਕਿਉਂਕਿ ਲਖਵੀਰ ਸਿੰਘ ਨੂੰ ਤਾਂ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ। ਸਵਾਲ ਬੜੇ ਵੱਡੇ ਨੇ। ਸਵਾਲ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਹੋਰ ਜ਼ਿਆਦਾ ਗਹਿਰਾ ਵੀ ਜਾਂਦੇ ਨੇ, ਤੇ ਸਵਾਲਾਂ ਨੇ ਮੋੜ ਵੀ ਹੁਣ ਦਿੱਲੀ ਵਾਲੇ ਪਾਸੇ ਨੂੰ ਲਿਆ। ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਹੋਰ
ਕਿਹੜੇ ਨਵੇਂ ਖੁਲਾਸੇ ਹੋਣਗੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।